ਜਿਹੜੇ ਆਂਦੇ ਨੇ ਮਾਲ ਮਾਰ ਗਿਆ ਸਾਨੂੰ, ਮਾਲ ਕਸਰ ਲਾ ਗਿਆ। ਤੁਸੀਂ ਗੱਲ ਪੁੱਛੇ ਮਾਲ ਕਸਰ ਲਾ ਗਿਆ ਤੇ ਉਹ ਕਿਉਂ ਕਹਿੰਦੇ ਨੇ, ਉਹ ਜਾਸ਼ੀਆਂ ਕਰਦੇ। ਕਿਹੜੀਆਂ ਜਾਸ਼ੀਆਂ ਕਰਦੇ? 2 ਨੰਬਰ ਕੰਮ ਕਰਦੇ, ਬੁੱਢੀਆਂ ਲੈਣ ਦੀਆਂ। ਹਾਂ, ਨਸ਼ੇ ਕੀਤੇ ਜੀ। ਤੇ ਫਿਰ ਜਿੰਨਾ ਕਾਰੋਬਾਰ ਉਹਦੇ ਵਿੱਚ ਇੰਨਾ ਕੰਮ ਪੂਰਾ ਨਹੀਂ ਹੁੰਦਾ, ਫਿਰ ਮਾਲ ਨਹੀਂ। ਤੇ ਚਾਚੇ ਉਹ ਸਾਰੇ ਤੇ ਇੰਜ ਨਹੀਂ ਕਰਦੇ, ਲੇਕਿਨ ਫਿਰ ਵੀ ਕਈਆਂ ਦਾ ਨੁਕਸਾਨ ਹੋ ਜਾਂਦਾ। ਨਹੀਂ ਨਹੀਂ ਉਹ ਕਰਦੇ ਜੀ। ਨਾਜ਼ਰੀਨ, ਬਾਬੇ ਰਾਂ ਦੀਆਂ ਮੱਝਾਂ ਵੇਖੋ, ਇਹ ਬਾਬੇ ਰਾਂ ਦੀ ਸਭ ਤੋਂ ਪਿਆਰੀ ਮੱਝ ਹੈ। ਬਜ਼ੁਰਗੋ ਇਹਦੇ ਨਾਲ ਖਲੋਵਾਂ ਜ਼ਰਾ। ਇਹ ਸੋਹਣੀ ਮੱਝ ਹੈ, ਬੂਰੀ ਮਾਸ਼ਾਅੱਲਾ। ਤੇ ਇਹ ਕਿਉਂ ਪਿਆਰੀ ਲੱਗਦੀ ਹੈ ਤੁਹਾਨੂੰ? ਬਸ ਕੰਮ ਚੰਗੇ ਕਰਦੀ ਹੈ ਨਾ। ਕੀ ਕਰਦੀ ਜੀ ਦੱਸੋ? ਅੱਜ ਦੁੱਧ 20 ਕਿਲੋ ਕਰਦੀ ਹੈ ਇਹ ਮਾਸ਼ਾਅੱਲਾ। 20 ਕਿਲੋ ਕਰਦੀ, ਯਾਨੀ 10 ਕਿਲੋ ਇੱਕ ਟਾਈਮ ਦਾ ਮਾਸ਼ਾਅੱਲਾ ਜੀ। ਉਹ ਨੁਕਸਾਨ ਫਿਰ ਕਿਸ ਤਰ੍ਹਾਂ ਨੁਕਸਾਨ ਹੁੰਦਾ ਹੈ ਔਰ ਕਿਸ ਤਰ੍ਹਾਂ ਬਚੀਏ? ਨੁਕਸਾਨ ਤਾਂ ਹੁੰਦਾ ਹੀ ਨਹੀਂ ਪੁੱਤਰ ਜੀ, ਜੇ ਨੀਅਤ ਨਾਲ ਕਾਰੋਬਾਰ ਕਰੀਏ ਨਾ। ਨੀਅਤ ਕਿਹਨੂੰ ਕਹਿੰਦੇ ਤੁਸੀਂ? ਨੀਅਤ ਕਹਿੰਦੇ ਦਿਲ ਸਾਫ਼ ਕਰਕੇ ਕਿਸੇ ਨਾਲ ਦਗਾ ਧੋਖਾ ਨਹੀਂ ਕਰੋ। ਨਹੀਂ ਕੰਮ ਜਿਹੜਾ ਨਾ ਆਪਣੀ ਸ਼ੌਕ ਨਾਲ ਕਰੋ। ਨਾਲੇ ਜਾਨਵਰ ਮੈਂ ਰੱਖਿਆ ਆਪਣੀ ਸ਼ੌਕ ਨਾਲ ਇਹਨੂੰ ਕਰਨ। ਜੇ ਕਿਸੇ ਦੇ ਪੱਠੇ ਚੋਰੀ ਵੱਢ ਕੇ ਲਿਆਂਦੇ ਆ ਤੇ ਉਹ ਬੇਨੀਤੀ ਹੋ ਗਈ, ਦਗਾ ਹੋ ਗਿਆ। ਬਿਲਕੁਲ, ਉਹ ਕਮਾਈ ਦੇ ਨਾਲ ਦਿਨ ਹੋਈ ਹੈ, ਉਹ ਆਰਾਮ ਹੋ ਗਿਆ। ਉਹ ਆਰਾਮ ਹੋ ਗਿਆ, ਉਹਦੇ ਆਖਰ ਕਸਰ ਵੀ ਲੱਗ ਸਕਦੀ ਹੈ। ਸਹੀ ਹੈ, ਮਾਲ ਵੀ ਮਾਰ ਸਕਦਾ ਜੇ ਚੋਰੀ ਦੇ ਘਰਾਂ ਡਾਕੇ ਮਾਰਾਂ। ਸਹੀ ਹੈ, ਕਸਰ ਲੱਗਦੀ। ਉਹ ਇਹ ਕੰਮ ਕਰਦੇ ਨੇ 2 ਨੰਬਰ। ਤੇ ਮਾਸ਼ਾਅੱਲਾ ਕਿੰਨੇ ਮਣ ਦੁੱਧ ਸ਼ਹਿਰ ਭੇਜਦੇ ਹੋ? ਦੁੱਧ ਦੱਸਿਆ ਹੀ ਬੱਚਾ ਕੇ 2-2.5 ਮਣ 3 ਮਣ। ਤੇ ਕਦੀ ਪਾਣੀ ਤਾਂ ਨਹੀਂ ਪਾਇਆ ਦੁੱਧ 'ਚ? ਅਜੇ ਤੱਕ ਤੇ ਬਚੇ ਹੀ ਇਨਸ਼ਾਅੱਲਾ। ਅਜੇ ਤੱਕ ਨਹੀਂ ਪਾਇਆ? ਤੇ ਪਾਣੀ ਨਾ ਪਾਣ ਦੀ ਅੱਲਾਹ ਤਾਲਾ ਨੇ ਬਰਕਤ ਕੀ ਪਾਈ ਜੇ? ਬਰਕਤ ਅੱਲਾਹ ਨੇ ਦੇਖੋ ਜੀ ਬੇਟਾ ਰੌਣਕ ਲੱਗੀ ਹੈ ਮਾਸ਼ਾਅੱਲਾ ਮਾਸ਼ਾਅੱਲਾ। ਘਰ ਦਾ ਖਾਣੇ ਨੇ। ਨਾਜ਼ਰੀਨ, ਬਾਬੇ ਰਾਂ ਦੀਆਂ ਮੱਝਾਂ ਵੇਖੋ, ਇਹ ਬਾਬੇ ਰਾਂ ਦੀ ਸਭ ਤੋਂ ਪਿਆਰੀ ਮੱਝ ਹੈ। ਬਜ਼ੁਰਗੋ ਇਹਦੇ ਨਾਲ ਖਲੋਵਾਂ ਜ਼ਰਾ। ਇਹ ਸੋਹਣੀ ਮੱਝ ਹੈ, ਬੂਰੀ ਮਾਸ਼ਾਅੱਲਾ। ਤੇ ਇਹ ਕਿਉਂ ਪਿਆਰੀ ਲੱਗਦੀ ਹੈ ਤੁਹਾਨੂੰ? ਬਸ ਕੰਮ ਚੰਗੇ ਕਰਦੀ ਹੈ ਨਾ। ਕੀ ਕਰਦੀ ਜੀ ਦੱਸੋ? ਅੱਜ ਦੁੱਧ 20 ਕਿਲੋ ਕਰਦੀ ਹੈ ਇਹ ਮਾਸ਼ਾਅੱਲਾ। 20 ਕਿਲੋ ਕਰਦੀ, ਯਾਨੀ 10 ਕਿਲੋ ਇੱਕ ਟਾਈਮ ਦਾ ਮਾਸ਼ਾਅੱਲਾ ਜੀ। ਜੀ ਹਵਾਨਾ ਵੇਖੋ ਜੀ ਮਾਸ਼ਾਅੱਲਾ। ਪੂਰੀ ਮੱਝ ਦਾ ਤਸੱਲੀ ਕਰੋ ਜੀ। ਇਹ ਮੱਝ 2.5 ਲੱਖ। ਇਹ ਬਾਬੇ ਕਦੋਂ ਦੀ ਲਈ ਜੇ ਮਾਸ਼ਾਅੱਲਾ? ਇਹ ਕੋਈ ਹੋ ਗਿਆ ਨਾ 4 ਮਹੀਨੇ ਲਿਆ। 4 ਮਹੀਨੇ ਲਿਆ। ਇਹ ਸਜਰੀ ਲਈ ਹਜੇ? ਸੂਣ ਵਾਲੀ ਲੈਂਦੀ। ਸੂਣ ਵਾਲੀ ਲੈਂਦੀ, ਇੱਥੇ ਆ ਕੇ ਸੂਈ ਹੈ। ਤੇ ਪਹਿਲੇ ਦਿਨ ਤੋਂ ਇਹਦਾ 20 ਕਿਲੋ ਦੁੱਧ ਸੀ। ਤੇ ਕੀ ਇਹਦੀ ਖਿਦਮਤ ਕਰਦੇ ਹੋ ਜਿਹੜਾ 20 ਕਿਲੋ ਦੁੱਧ ਦਿੰਦੀ ਹੈ? ਕੀ ਪਾਉਂਦੇ ਕੀ ਹੋ ਇਹਨੂੰ? ਖਿਦਮਤ ਉਹ ਮੁੰਡੇ ਅੱਗੇ ਬੱਚੇ ਨੂੰ ਦੱਸਿਆ ਜਾਂ ਤੁਹਾਨੂੰ ਨਾਲ ਬਾਕੀ ਦੇ ਨਾਲ ਸੰਗਣ ਵਾਲੀ ਕੋਈ ਇਹਨੂੰ ਕੱਲੀ ਨੂੰ ਨਹੀਂ ਪਾਣਾ। ਅੱਛਾ, ਹਾਂ, ਜੋ ਵੀ ਅੱਗੇ ਵੰਡਾ ਛੰਡਾ ਦੱਸਿਆ ਉਹਨੇ ਉਹੀ ਪਾਣੇ ਆ। ਵੰਡਾ ਬਿਹਤਰੀਨ ਕਿਹਨੂੰ ਕਹਿੰਦੇ ਹੋ ਤੁਸੀਂ? ਲੋਕ ਸਾਨੂੰ ਪੁੱਛਦੇ ਨੇ ਕਿ ਕਿਸੇ ਸਮਝਦਾਰ ਬਜ਼ੁਰਗ ਕੋਲੋਂ ਪੁੱਛੋ ਕਿ ਵੰਡਾ ਜਿਹੜਾ ਬਿਹਤਰੀਨ ਵੰਡਾ ਹੈ ਜਿਹਦੇ ਵਿੱਚ ਨੁਕਸਾਨ ਨਾ ਹੋਏ, ਉਹ ਕਿਹੜਾ? ਔਰ ਵੰਡੇ ਦੇ ਸੂਫੀ ਸਾਹਿਬ ਸਾਰੇ ਹੀ ਜੇ ਸਾਨੂੰ ਤਬਾਰ ਹੀ ਜਿਹੜੇ ਦੁਕਾਨਾਂ ਨੂੰ ਲਈ ਦੇ ਨੇ ਜੀ। ਤੇ ਪਾਣੇ ਉਹੀ ਵੇਦੇ ਉਹ ਸਹੀ ਬੰਦਾ ਜਿਹੜਾ ਨਾ ਨੁਕਸਾਨ ਨਹੀਂ ਦੇ, ਉਹ ਘਰੂ ਬੰਦਾ ਬਣਾਏ ਬੰਦਾ। ਮਕਈ ਲੈ ਲੈ। ਅੱਛਾ, ਮਕਈ ਲੈ ਲੈ, ਕਣਕ ਲੈ ਲੈ, ਦਲਾ ਦਲੂ ਗਏ, ਅਲਸੀ ਲੈ ਲੈ ਵੇ ਦਲਾ ਗਏ ਪੇ ਪਾਏ। ਠੀਕ ਹੈ, ਯਾਨੀ ਅਲਸੀ, ਕਣਕ ਤੇ ਮਕਈ। ਹੋਰ ਕੀ ਪਾਈਏ ਵਿੱਚ? ਚੋਕਰ ਚਾਕਰ ਪਾ ਲਈ। ਚੋਕਰ ਪਾ ਲਈ। ਦਾਣੇ ਇਹੋ ਹੀ ਦਲਾਣੇ 2-3 ਜੀ। ਤੁਹਾਡੀ ਨਜ਼ਰ 'ਚ ਅਲਸੀ ਤੇ ਮਕਈ ਤੇ ਕਣਕ ਇਹ ਬਿਹਤਰੀਨ ਵੰਡਾ ਹੈ। ਅੱਛਾ, ਹੁਣ ਇੱਕ ਮੱਝ ਨੂੰ ਕਿੰਨਾ ਕੁ ਪਾਈਏ ਤੇ ਕਿਸ ਤਰ੍ਹਾਂ ਪਾਈਏ? ਇਹਦੇ ਕਮਾਈ ਨੂੰ ਬੰਦਾ ਚਾਹੀਦਾ ਸਾਰਾ ਪਾਣਾ, ਫਿਰ ਧੜੀ ਚਾਹੀਦਾ। ਚਲੋ ਕਿਲੋ ਪਾ ਲਓ, 2 ਕਿਲੋ ਇਹ ਪਾ ਲਓ, ਕਿਲੋ ਚੋਕਰ ਪਾ ਲਓ, ਕਿਲੋ ਖਲ ਪਾ ਲਓ ਨਾਲ। ਅੱਛਾ, ਇਹ ਟੋਟਲ 5 ਕਿਲੋ ਬਣ ਗਿਆ? 5 ਕਿਲੋ ਬਣ ਗਿਆ। 5 ਕਿਲੋ ਥੱਲੇ ਨਹੀਂ ਹੋਣਾ ਚਾਹੀਦਾ। 5 ਕਿਲੋ ਸਵੇਰੇ ਤੇ 5 ਕਿਲੋ ਸ਼ਾਮ ਨੂੰ ਇਨਸ਼ਾਅੱਲਾ। ਤੇ ਅਗਰ 5 ਕਿਲੋ ਸਵੇਰੇ ਤੇ 5 ਕਿਲੋ ਸ਼ਾਮ ਨੂੰ ਅਸੀਂ ਮੱਝ ਨੂੰ ਪਾਣੇ ਆ ਵੰਡਾ, ਤੇ ਮੱਝ ਅੱਗੋਂ ਫਿਰ ਕੀ ਜਵਾਬ ਦੇਗੀ? ਮੱਝ ਦੇ ਦਿਓ ਕਿ ਘਰਾਣੇ ਦੀ ਚੰਗੀ ਨਸਲ ਦੀ। ਹਾਂ, ਫਿਰ ਉਹ ਜਵਾਬ ਦੇਗੀ। ਵੱਡੇ ਬਾਰੇ ਤੁਹਾਨੂੰ ਦੱਸੇਗੀ ਜੇ ਮੈਂ ਅੱਗੇ 10 ਸਿਰ ਦਿੰਦੀ ਆ ਤੇ ਮੈਂ ਅੱਜ 12 ਸਿਰ ਦਿਆਂ ਜਾਂ 14 ਸਿਰ ਦਿਆਂ। ਸਹੀ ਹੈ। ਤੇ ਜੇ ਬੇਘਰਾਨੀ ਹੈ ਤੇ ਉਹ ਬੰਦੇ ਨਾਲ ਸਹੀ ਮੇਰਾ ਖਿਆਲ ਦੱਸਾਂ ਵੀ 7 ਦੇ ਆ ਜਾਏ। ਯਾਨੀ ਤੁਹਾਡੀ ਗੱਲ ਤੋਂ ਅਸੀਂ ਨਿਚੋੜਾ ਕੱਢਿਆ ਵੀ ਜਿਹੜੇ ਕਿਸੇ ਬੰਦੇ ਨੇ ਭਰਾ ਨੇ ਇਹ ਕਾਰੋਬਾਰ ਕਰਨਾ ਹੈ, ਉਹ ਮੱਝਾਂ ਲਿਆਏ ਨਸਲੀ ਬੇਨਸਲੀਆਂ ਮੱਝਾਂ ਨਾ ਰੱਖੇ। ਬੇਨਸਲੀਆਂ ਮੱਝਾਂ ਭਾਵੇਂ ਮਹਿੰਗੀਆਂ ਲਿਆਏ ਆਪਣੇ ਰੁਪਈਆਂ ਦੇ ਲਿਆਏ। ਜੇ ਕਿਸ਼ਤਾਂ ਦੇ ਲਿਆ ਕੇ ਆਖੇ ਜਦ ਵਧਾਰੀਆਂ ਲਿਆ ਕੇ ਆਖੇ ਮੈਂ ਬਾਈ ਤੇ ਕਰਾਂ ਜਾਂ ਕਾਰੋਬਾਰ ਚਲਾਵਾਂ, ਫਿਰ ਨਹੀਂ ਚੱਲਦਾ। ਇਹ ਤੁਹਾਡੇ ਤਜਰਬੇ 'ਚ ਗੱਲ ਆਈ ਹੈ? ਯਾਨੀ ਕਿਸ਼ਤਾਂ ਤੇ ਵੀ ਨੁਕਸਾਨ ਹੈ, ਉਧਾਰ ਵੀ ਨੁਕਸਾਨ ਹੈ। ਬਿਲਕੁਲ। ਅਗਰ ਪੈਸੇ ਆਏ ਨੇ ਤੇ ਚੰਗੀ ਮੱਝ ਲਿਆ ਕੇ ਕਿੱਲੇ ਤੇ ਬੰਨ ਲਓ, ਉਹਦੀ ਕਰੋ ਹਿਦਮਤ ਤੇ ਨੋਟ ਕਮਾਓ। ਜ਼ਿੰਦਾਬਾਦ। ਮੈਂ 2.5 ਲੱਖ ਦੀ ਲਈ ਜੀ ਜੀ। ਤੇ ਜੇ ਮੈਂ ਕਿਸ਼ਤਾਂ में ਲੈਂਦਾ ਜਾਂ ਵਧਾਰੀ ਲੈਂਦਾ 5 ਦੀ ਲੱਭਣੀ ਜਾਂ 4 ਦੀ ਲੱਭਣੀ ਸੀ। ਸਹੀ ਹੈ। ਤੇ ਕਦੋਂ ਮੈਂ 4 ਬਣਾਉਣਾ ਸੀ ਜਾਂ 5 ਬਣਨਾ ਸੀ, ਕਦੀ ਨਹੀਂ ਬਣਨਾ। ਸੂ ਹੋ ਜਾਣਾ ਸੀ। ਸਹੀ ਹੈ। ਤੇ ਕੁਝ ਲੋਕ ਆਂਦੇ ਨੇ ਕਿਸ਼ਤਾਂ ਤੇ ਜਾਂ ਫਿਰ ਉਧਾਰ ਲਈਏ ਤੇ ਉਹ ਬਰਕਤ ਵੀ ਨਹੀਂ ਰਹਿੰਦੀ ਡੰਗਰ 'ਚ। ਗੱਲ ਸਹੀ ਹੈ? ਸਹੀ ਹੋ ਗਿਆ। ਸਹੀ ਹੈ। ਅੱਛਾ ਬਜ਼ੁਰਗੋ, ਤੁਹਾਡਾ ਬੇਟਾ ਵੀ ਦੱਸ ਰਿਹਾ ਸੀ ਕਿ ਤੁਸੀਂ ਦੇਸੀ ਇਲਾਜ ਕਰਦੇ ਹੋ, ਡਾਕਟਰ ਨੂੰ ਬੜਾ ਘੱਟ ਬੁਲਾਉਂਦੇ ਹੋ। ਲੋਕ ਅੱਜ ਕੱਲ ਸਮਝਦੇ ਨੇ ਕਿ ਮੱਝ ਦਾ ਨੁਕਸਾਨ ਨਾ ਹੋਈਏ ਤੇ ਫਟਾਫਟ ਦਾ ਇਲਾਜ ਕਰੀਏ। ਤੁਸੀਂ ਕਿਹੜੇ ਇਲਾਜ ਕਰਦੇ ਹੋ ਜਿਹੜਾ ਤੁਹਾਡਾ ਮਾਸ਼ਾਅੱਲਾ ਮੱਝਾਂ ਜਿਹੜੀਆਂ ਨੇ ਉਹ ਤੰਦਰੁਸਤ ਰਹਿੰਦੀਆਂ ਨੇ, ਦੁੱਧ ਵੀ ਦਿੰਦੀਆਂ ਨੇ? ਕੀ ਇਹਨਾਂ ਦੀ ਸੇਵਾ ਕਰਦੇ? ਇਲਾਜ ਕੋਈ ਕੁਦਰਤ ਵਾਲਾ ਹੀ ਦਾ ਇਲਾਜ ਹੈ ਜੀ। ਅੱਲਾ ਨੇ ਸਿੱਧੀਆਂ ਸਵਾਰੀਆਂ ਰੱਖਦਾ। ਅੱਛਾ। ਜੇ ਕੋਈ ਹੋਰ ਵੀ ਡਿੰਗੀ ਸਿੱਧੀ ਜਾਏ ਤੇ ਮਸਾਲੇ ਜਿਹੜਾ ਨਾ ਜੇ ਛੋੜਕਾ ਲੱਗਾ, ਟੱਕ ਹੋ ਗਿਆ, ਬੁਖਾਰ ਹੋ ਗਿਆ, ਉਹ ਮੁੰਡੇ ਤੁਹਾਨੂੰ ਪਹਿਲਾਂ ਦੱਸਿਆ ਪਹਿਲੇ ਨੰਬਰ ਤੇ ਮਸਰ ਲੈ ਲੈਣੇ ਕਿਲੋ।
ਉਹਦੇ ਵਿੱਚ ਲੂਣ ਮਸਾਲਾ ਜਿਹੜਾ ਜਿਸ ਤਰ੍ਹਾਂ ਆਪੂ ਪਕਾਈ ਦਾ ਕਰ ਪਾ ਲਏ ਮਸਾਲੇ ਪਾ ਲਏ ਜੋ ਵੀ ਇਹਨਾਂ ਨੇ ਲੂਣ ਮਿਰਚ ਬਣਾ ਕੇ ਉਹ ਬਾਲਣੇ ਰੱਖ ਛੱਡਣੇ ਮਤਲਬ ਸਵੇਰੇ ਰੱਖਣੇ ਸ਼ਾਮ ਤੱਕ ਉਹ ਵਿੱਚ ਗਲਦੇ ਰਹਿਣ ਪਾਣੀ ਦੇ 4 ਕਿਲੋ 5 ਕਿਲੋ ਪਾਣੀ ਪਾ ਲਿਆ ਜਦੋਂ ਗਲ ਕੇ ਪੱਕ ਕੇ ਸ਼ਾਮੀ ਉਹ ਨਿਚੋੜੋ ਤੜਕਾ ਲਾਓ ਕੇ ਉਹਦਾ ਕਿਲੋ ਪਾਣਾ ਜਾਂ ਜਿੰਨਾ ਵੀ ਮਸਾਲੇ ਮਜ਼ਾ ਆਪਣੀ ਮਜ਼ੇ ਸੋਚਦੇ ਜੇ ਮੈਂ ਇੰਨਾ ਦੇਣਾ ਮਾਈ ਨੂੰ ਜਾਂ ਇੰਨਾ ਚੁੱਕ ਸਕਦੀ ਹੈ ਤਾਂ ਸੇ ਅੱਧੇ ਕਿਲੋ ਥੱਲੇ ਤੇ ਪਾਣਾ ਹੀ ਨਹੀਂ ਚਾਹੀਦਾ ਜੀ ਜੀ ਤੇ ਅੱਧਾ ਕਿਲੋ ਘਿਓ ਪਾ ਕੇ ਤੜਕਾ ਲਾ ਕੇ ਹੰਡੀ ਬਣਾ ਕੇ ਦੇ ਇਹ ਦੱਸਿਆ ਜੇ ਮਸਰਾਂ ਦੇ ਸਾਬਤ ਮਸਰਾਂ ਦਾ ਹਾਂ ਤੇ ਇਹ ਛੁੜਕਣ ਖਤਮ ਹੋ ਜਾਏਗੀ ਛੁੜਕਣ ਖਤਮ ਵੱਧ ਹਜ਼ਮੀ ਜਿਹੜੀ ਇਹਨਾਂ ਨੂੰ ਹੋ ਜਾਂਦੀ ਹੈ ਛੁੜਕਣ ਉਹ ਇੱਕ ਹੀ ਚੀਜ਼ ਹੈ ਇੱਕੋ ਹੀ ਚੀਜ਼ ਹੈ ਨਾਲ ਯਾਰ ਬਾਦ ਹੁੰਦਾ ਜੀ ਬਿਲਕੁਲ ਜ਼ਹਿਰਬਾਦ ਮਸਰ ਉਹ ਵੀ ਮੁਕਾ ਦੇਣੇ ਅੱਛਾ ਜ਼ਹਿਰਬਾਦ ਨੂੰ ਮਸਰ ਮੁਕਾ ਹਟਦੇ ਨੇ ਜਿਹੜਾ ਇੱਕ ਮਿੱਠਾ ਜ਼ਹਿਰ ਹੁੰਦਾ ਇੱਕ ਕੌੜਾ ਜ਼ਹਿਰ ਹੁੰਦਾ ਮਿੱਠੇ ਜ਼ਹਿਰ 'ਚ ਤੇ ਜਾਨਵਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਉਹਦਾ ਫਿਰ ਕੀ ਇਲਾਜ ਕਰੀਏ ਉਹਦਾ ਵੀ ਮਸਰ ਦਿਓ ਮਸਰ ਦਈਏ ਠੀਕ ਹੈ ਤੇ ਉਂਝ ਮਿਰਚ ਮਸਾਲਾ ਤੁਸੀਂ ਕਿਹੜਾ ਦਿੰਦੇ ਹੋ ਆਪਣੇ ਜਾਨਵਰਾਂ ਨੂੰ ਤੇ ਕਿੰਨੀ ਦੇਰ ਬਾਅਦ ਦਿੰਦੇ ਹੋ ਤੇ ਉਹਦੇ 'ਚ ਕੀ ਕੀ ਸ਼ਾਮਲ ਕਰਦੇ ਹੋ ਉਹਦੀ ਮਿਕਦਾਰ ਵੀ ਦੱਸੋ ਤਾਂ ਕਿ ਜਾਨਵਰ ਜਿਹੜੇ ਤੰਦਰੁਸਤ ਰਹਿਣ ਉਹਨਾਂ ਨੂੰ ਕਾਇਮ ਰਹਿਣ ਉਹਦੇ ਜੀ ਆਮ ਦਾ ਦਾਦਰ ਮਾਰ ਕੇ ਦਿੰਦੇ ਆ 7-8 ਦਿਨ ਮੈਂ ਹੁਣ ਬੰਡਾ ਛੰਡਾ ਪਾਣੇ ਮੁੰਡਾ ਦਾ ਰੋਟੀਆਂ ਛੋਟੀਆਂ ਪਾਣੇ ਇਹਨਾਂ ਦੇ ਲਾਜ਼ਮੀ ਨਾਲ ਕੋੜੀ ਖਾ ਲੈ 8 ਦਿਨ 10 ਦਿਨ ਦੇ ਲੈ ਜਾਂ 15 ਦਿਨ ਦੇ ਲੈ ਦਾਦਰ ਮਾਰ ਕੇ ਅੱਧਾ ਕਿਲੋ ਲਾਜ਼ਮੀ ਦੇਣੀ ਉਦੋਂ ਬਾਅਦ ਜਿਹੜਾ ਨਾ ਮਸਾਲਾ ਬਣਾ ਲਈਦਾ ਸਿਆਲ ਵਿੱਚ ਅਦਕਰ ਲੈ ਵੀ ਦੀਏ ਬਸਾਰ ਲੈ ਵੀ ਦੀ ਕੱਚੀ ਮਿਰਚਾਂ ਲੈ ਵੀ ਦੀਆਂ ਨਾ ਵਿੱਚ ਫੱਕੀ ਪਾ ਕੇ ਨਾ 5-7 ਚੀਜ਼ਾਂ ਤੁਮਾ ਤਮਾ ਪਾ ਕੇ ਮਸਾਲਾ ਵਿੱਚ ਵੱਡੀ ਕੋਈ ਡਰਮੀ ਬਣਾ ਕੇ ਨਹੀਂ ਕੁੱਟ ਕੱਟ ਕੇ ਵਿੱਚ ਕੋਟ ਪਾ ਕੇ ਠੀਕ ਹੈ ਇਹ ਕਿੰਨੀਆਂ ਚੀਜ਼ਾਂ ਹੁਣ ਕੋਈ ਸਿਰ ਹੋ ਜਾਣਾ 1 ਕਿਲੋ ਇਹ ਉਹ ਭਾਵੇਂ 2 ਕਿਲੋ ਬਣਾ ਲਓ 2 ਕਿਲੋ ਬਣਾ ਲਓ ਇੱਕ ਵਾਰੀ ਬਣਾ ਲਓ ਮਸਾਲਾ ਮਹੀਨੇ ਦਾ 20 ਦਿਨਾਂ ਦਾ ਬਣਾ ਲਓ ਸਹੀ ਹੈ ਉਹ ਉਸ ਲਿਆਜ ਨਾਲ ਲਿਆਉਣੀ ਇਹਨਾਂ ਚੀਜ਼ਾਂ ਠੀਕ ਹੈ ਉਹ ਪਿੰਨੀਆਂ ਬਣਾ ਛੱਡਣੀਆਂ ਨਾ ਜਾਂ ਜੀ ਰਹਿ ਡਰਮੀ ਇੰਨੀ ਮੁੱਠ ਭਰੀ ਪਿੰਨੀ ਬਣਾਈ ਸ਼ਾਮ ਨੂੰ ਇੱਕ ਮਾਈ ਨੂੰ ਦੇ ਤੇ ਜੇ ਅਗਰ ਮੱਝ ਸੂਪੇ ਤੇ ਜ਼ੋਰ ਨਾ ਸੁੱਟੇ ਤੇ ਕੀ ਕਰਦੇ ਹੋ ਜ਼ੋਰ ਦੇ ਉਂਝ ਵੀ ਥੋੜੀ ਛੱਡਦੀਆਂ ਨਾ ਅੱਲਾ ਕਰੇ ਗਰਮ ਉਹਨਾਂ ਦੀ ਤਵਾਜਾ ਕੀਤੀ ਜੇਰ ਰੱਖਦੀਆਂ ਨਹੀਂ ਹਨ ਅੱਛਾ ਤੇ ਕਦੀ ਤਜਰਬਾ ਨਹੀਂ ਹੋਇਆ ਜ਼ੋਰ ਦਾ ਤੇ ਜੇ ਅੱਲਾ ਨੇ ਦੱਸਿਆ ਨੇ ਜੇ ਨਾ ਵੀ ਸੁੱਟੇ ਹਾਂ ਤੇ ਆ ਟੀਕਾ ਨਹੀਂ ਮਾਈ ਚੋਣਾ ਆ ਲਾਉ ਦੇ ਨਾਲ ਥੋੜੀ ਛੱਡੀ ਸਹੀ ਹੋ ਗਿਆ ਨਾ ਸੁੜਾੜੀ ਗਈ ਪੱਕੀ ਫਿਰ ਉਹਨੇ ਸੁੱਟਣੀ ਉਹ ਸਾੜ ਕੇ ਫਿਰ ਉਹਨੂੰ ਦਿਓ ਗਲਕੰਦ ਹਾਂ ਫੁੱਲਾਂ ਦਾ ਗਲਕੰਦ ਗੁਲਾਬ ਦੇ ਫੁੱਲਾਂ ਜੀ ਜੀ ਉਹ ਦਿਓ ਉਦੋਂ ਬਾਅਦ ਜਿਹੜਾ ਨਾ ਉਹਦੇ ਨਾਲ ਜਿਹੜੇ ਛੋਟੇ ਸਾਈਡ ਛੜੇਗੀ ਨਾ ਸਾੜ ਸੂੜ ਕੇ ਉਦੋਂ ਬਾਅਦ 2 ਕਿਲੋ ਦਹੀਂ ਜਮਾ ਕੇ ਸਵੇਰੇ ਸ਼ੱਕਰ ਪਾ ਕੇ ਪਾ ਦੇ ਰੇੜਕ ਕੇ ਨਾ ਉਹ ਜਦੋਂ 7-8 ਦੇ ਨਾਲੇ ਉਹ ਦੁੱਧ ਵਿੱਚ ਆ ਜਾਏਗੀ ਅੱਛਾ ਨਾਲੇ ਸਾਫ਼ ਹੋ ਜਾਏਗਾ ਕੰਮ ਥੋੜੀ ਤੁਸੀਂ ਦੱਸਿਓ ਪਏ ਕਿ ਅਗਰ ਮੱਝ ਜਿਹੜੀ ਹੈ ਉਹਨੂੰ ਟੱਕ ਹੋ ਗਿਆ ਪੱਠੇ ਨਹੀਂ ਖਾਂਦੀ ਵੀ ਖਲੋ ਗਈ ਹੈ ਕਿੱਲੇ ਤੇ ਜਗਾਲੀ ਕਰਨਾ ਵੀ ਛੱਡ ਗਈ ਹੈ ਫਿਰ ਕੀ ਕਰੀਏ ਫਿਰ ਉਹਨੂੰ ਦਿਓ ਗੰਡੇ ਕੋਈ ਅਦਕਰ ਲੈ ਲਓ ਪਾ ਲੈ ਲਓ ਗੰਡਿਆਂ ਦਾ 1/2 ਕਿਲੋ ਲੈ ਲਓ ਨਾਰਦਾਨਾ ਲੈ ਲਓ ਪੂਦਨਾ ਲੈ ਲਓ ਤੇ ਉਹ ਕੋਟ ਕੱਢ ਕੇ ਗੁੜ ਦਾ 1/2 ਕਿਲੋ ਪਾ ਕੇ ਸਹੀ ਹੋ ਗਿਆ ਆ ਗੱਲੀ ਗਵਾਲੀ ਚੋਕਾ ਤੇ ਕੋਸ਼ਿਸ਼ ਕਰੋ ਨਾ ਬਈ ਇੱਕ ਟੀਕਾ 5 ਗ੍ਰਾਮ ਦਾ ਇੱਕ 40 ਲੱਖ ਦਾ ਲਾ ਦਿਓ ਉਹਨੂੰ ਅੱਛਾ ਤੇ ਉਹ ਇਨਸ਼ਾਅੱਲਾ ਸਵੇਰ ਤੱਕ ਮੂੰਹ ਖੋਲ ਝੜੇ ਗੱਲੀ ਲਾ ਪਈ ਕਰਨ ਪੱਠੇ ਲਾ ਪਈ ਖਾਣ ਫਿਰ ਉਸ ਤੋਂ ਬਾਅਦ ਗੰਡੇ ਦੇ ਹਰੀਆਂ ਮਿਰਚਾਂ ਸ਼ੁਰੂ ਕਰ ਦਿਓ ਉਹਨੂੰ ਬਈ ਪੂਤਨਾ ਪਾ ਲਓ ਨਾਰਦਾਨਾ ਪਾ ਲਿਓ ਉਹਦੀ ਵਜ੍ਹਾ ਨਾਲ ਹਰਾਸਾ ਆਸਾ ਉਹਨੂੰ ਫਰਕ ਪੈ ਜਾਏਗਾ ਸਹੀ ਹੈ ਤੇ ਅਗਰ ਜਿਹੜਾ ਵੇ ਮੱਝ ਨੂੰ ਛੁੜਕਣ ਵੀ ਉਹਨਾਂ ਦਾ ਛੜਿਆ ਹਾਂਜੀ ਬਾਜ਼ ਔਕਾਤ ਕੋ ਮੱਝ ਬੁਰੀ ਚੀਜ਼ ਖਾ ਲੈਂਦੀ ਹੈ ਕਿੱਲ ਕੁੱਲ ਉਹਦੇ ਅੰਦਰ ਲੰਘ ਜਾਂਦਾ ਉਹਦਾ ਕੋਈ ਇਲਾਜ ਹੈ ਉਹਦਾ ਕੋਈ ਇਲਾਜ ਨਹੀਂ ਤੇ ਜਿਹੜੀ ਮੱਝ ਹੀਟ 'ਚ ਨਹੀਂ ਆਂਦੀ ਗਰਮ ਨਹੀਂ ਹੁੰਦੀ ਹਾਂਜੀ ਉਹਦਾ ਕਿਸ ਤਰ੍ਹਾਂ ਨੂੰ ਗਰਮ ਕਰੀਏ ਉਹਨੂੰ ਗਰਮ ਕਰੀਏ ਜੀ ਉਹਨੂੰ ਕਾੜਾ ਬਣਾ ਲਓ ਉਹਦੇ ਲਈ ਕਿਹੜਾ ਲਾਚੀਆਂ ਪਾ ਲਓ ਮੋਟੀਆਂ ਮਿੱਠੇ ਸੌਂਫ ਪਾ ਲਓ ਆਲਿਆਂ ਪਾ ਲਓ ਅੱਛਾ ਉਹ ਕਾੜਾ ਬਣਾ ਕੇ ਫਿਰ ਘਿਓ ਪਾ ਲਓ ਦੇਸੀ ਦੁੱਧ ਪਾ ਲਓ ਗਾਂ ਦਾ ਉਹ 2 ਕਿਲੋ ਉਹ ਕਰਕੇ ਉਹਨੂੰ ਆਸਾ 2 ਦਿਨ ਕਰਕੇ ਸਾਰੀਆਂ ਨਾਲੋਂ ਜੀ ਅੱਧ ਬਾਅਦ ਸੁੰਡ ਲੈ ਗਏ ਨਾ ਜੀ ਜੀ ਉਹਦਾ ਕਾੜਾ ਪਾ ਘਿਓ ਪਾ ਕੇ ਨਾ ਉਹਦੇ ਹੀਟ ਆ ਜਾਏਗੀ ਹੀਟ ਚਾਹੀਏਗੀ ਤੇ ਬਾਜ਼ ਔਕਾਤ ਬਜ਼ੁਰਗੋ ਮੱਝ ਜਿਹੜੀ ਹੈ ਨਾ ਲੋਕ ਬੜੇ ਪਰੇਸ਼ਾਨ ਨੇ ਸਾਨੂੰ ਪੁੱਛਦੇ ਨੇ ਕਿ ਮੱਝ ਹੀਟ 'ਚ ਆ ਗਈ ਹੈ ਮੱਝ ਜਿਹੜੀ ਉਹ ਮਲਾਪ ਹੋ ਗਿਆ ਲੇਕਿਨ ਉਹ ਖਲੋਂਦੀ ਨਹੀਂ ਉਹ ਫਿਰ ਕੀ ਕਰੀਏ ਬਾਰ-ਬਾਰ ਫਿਰ ਜਾਂਦੀ ਹੈ ਉਹ ਮੇਨ ਹੋ ਜਾਂਦੀ ਹੈ ਗੰਢ ਅੱਛਾ ਉਹਦੇ ਪਰਾਂ ਇਹਦੀ ਮਾਈ ਉਹ ਮੇਨ ਗੰਢ ਹੋ ਜਾਂਦੀ ਉਹ ਭਾ ਮਸਾ ਵੀ ਦੱਸਿਆ ਨਾ ਤੁਹਾਨੂੰ ਉਹ ਦੇਸੀ ਇਲਾਜ ਕਰਦੇ ਨੇ ਹਾਂਜੀ ਉਹਦਾ ਇਲਾਜ ਕੀਤਾ ਮਾਸ਼ਾਅੱਲਾ ਕੋਈ ਡੰਗਰ ਫੇਲ ਨਹੀਂ ਹੋਇਆ ਅਜੇ ਤੱਕ ਜਿਹੜੀ ਭਾ ਮਸ਼ਤਾਕ ਦੀ ਵੀਡੀਓ ਅੱਗੇ ਵੀ ਚੜੀ ਹੈ ਤੇ ਜਿਹੜੇ ਨਾਜ਼ਰੀਨ ਸਾਡੀ ਗੱਲਬਾਤ ਸੁਣ ਰਹੇ ਨੇ ਉਹ ਸਾਡੇ ਚੈਨਲ ਤੇ ਉਹਨਾਂ ਦੀ ਵੀਡੀਓ ਮੌਜੂਦ ਹੈ ਉਹਨਾਂ ਨੇ ਪੂਰਾ ਤਰੀਕਾ ਦੱਸਿਆ ਉਹਨਾਂ ਦਾ ਨੰਬਰ ਵੀ ਦੱਸਿਆ ਤੇ ਗੰਢ ਉਹ ਕੱਟਦੇ ਨੇ ਤੇ ਬੜੇ ਮਸ਼ਹੂਰ ਨੇ ਗੰਢ ਕੱਟਣ ਦੇ ਹਵਾਲੇ ਨਾਲ ਉਹ ਤਜਰਬਾਕਾਰ ਬੰਦੇ ਨੇ ਉਹ ਤੇ ਉਹਨਾਂ ਦਾ ਇਲਾਜ ਕੀਤਾ 100 ਡਾਕਟਰ ਵੀ ਸਰਕਾਰੀ ਕਰੇ ਨਹੀਂ ਹੁੰਦਾ ਉਹਦਾ ਇਲਾਜ ਕੀਤਾ ਡੰਗਰ ਫੇਲ ਨਹੀਂ ਹੋ ਸਕਦਾ ਸਹੀ ਹੋ ਗਿਆ ਅੱਛਾ ਤੁਸੀਂ ਕਿਉਂਕਿ ਮਾਸ਼ਾਅੱਲਾ ਕਾਫੀ ਦੇਰ ਹੋ ਗਈ ਡੰਗਰ ਰੱਖਦੇ ਆ ਦੋਵਾਂ ਕੋਲੋਂ ਸਵਾਲ ਹੈ ਬਜ਼ੁਰਗੋ ਤੁਹਾਡੇ ਕੋਲ ਵੀ ਭਾਈ ਸਜਾਦ ਕੋਲ ਵੀ ਜਿਹੜੇ ਹੁੰਦੇ ਨੇ ਵੜੇਵੇਂ ਜਿਹੜੇ ਨੇ ਉਹ ਡੰਗਰਾਂ ਵਾਸਤੇ ਉਹਨਾਂ ਦੀ ਕੀ ਅਹਿਮੀਅਤ ਹੈ ਵੜੇਵੇਂ ਜਿਹੜੇ ਨੇ ਗਰਮ ਹੁੰਦੇ ਨੇ ਤੇ ਵੜੇਵੇਂ ਦੇਣੇ ਚਾਹੀਦੇ ਨੇ ਕਿਸ ਤਰ੍ਹਾਂ ਦੇਣੇ ਚਾਹੀਦੇ ਨੇ ਔਰ ਕਿਹੜੇ ਮਹੀਨਿਆਂ 'ਚ ਦੇਣੇ ਚਾਹੀਦੇ ਨੇ ਵੜੇਵੇਂ ਦੇਣੇ ਚਾਹੀਦੇ ਨੇ ਸਰਦੀਆਂ ਦੇ ਪੋਹ ਮਹੀਨੇ ਪੋਹ ਦੇ ਵਿੱਚ ਉਹ ਵੀ ਰਿੰਨ ਕੇ ਗਰਮ ਪਾਣੀ ਰਿੰਨ ਕੇ ਉਹਨਾਂ ਨੂੰ ਤੇ ਗਰਮ ਪਾਣੀ 'ਚ ਗਰਮ ਪਾਣੀ ਵਿੱਚ ਹੀ ਰਿੰਨੇ ਜਾਣੇ ਨਾ ਜੀ ਜੀ ਉਹ ਮੇਰਾ ਮਤਲਬ ਉਹ ਗਲ ਜਾਂਦੇ ਨੇ ਨਾ ਇਹ ਜੋ ਸੁੱਕੇ ਚਾਰੋ ਨਾਲ ਖਾਂਦੀਆਂ ਨਾਲ ਉਹ ਗਲਦੇ ਨਹੀਂ ਅੰਦਰ ਜਾ ਪਾਈਦੇ ਤੇ ਇਹਦਾ ਫਾਇਦਾ ਕੀ ਜੇ ਵੜੇਵਿਆਂ ਦਾ ਵੜੇਵਿਆਂ ਦਾ ਤਾਕਤ ਦਿੰਦੇ ਦੁੱਧ ਦਿੰਦੇ
ਵੜੇਵੇਂ ਨਾਲ ਸ਼ਰਤੀਆ ਦੁੱਧ ਵੱਧਦਾ ਇਨਸ਼ਾਅੱਲਾ ਨਾਲ ਤਾਕਤ ਖੱਲਾਂ ਵਿੱਚ ਪਹਿਲਾਂ ਬੜੇਵੇਂ ਹੀ ਆਉਂਦੇ ਰਹੇ ਨੇ, ਅਸਲ ਬੜੇਵੇਂ ਖੱਲ ਬੜੇਵੇਂ ਦੀ ਬਣਦੀ। ਨਹੀਂ ਹੁਣ ਦੇਖ ਹੁੰਦਾ ਨਾ ਵੜੇਵੇਂ ਦੀ ਖੱਲ, ਵੜੇਵੇਂ ਦੀ ਖੱਲ ਤੇ ਹੋਰ ਚੀਜ਼ ਹੈ, ਉਹ ਵੜੇਵੇਂ ਤੋਂ ਹੀ ਬਣੀ ਹੈ ਨਾ। ਬੜੇਵੇਂ ਪਾਉਂਦੇ ਨਹੀਂ ਨਾ ਖੱਲ ਵਿੱਚ, ਉਹ ਬੜਾ ਨਾਮ ਹੈ। ਉਹਦੇ 2 ਨੰਬਰ ਮਾਲ ਪਾਉਂਦੇ ਨੇ, ਉਹ ਵੀ ਬਣਨੀ ਹੈ, ਘਿਓ ਦੇ ਕੱਢ ਲੈਣਾ ਉਹਦੇ ਵਿੱਚੋਂ, ਬੜੇਵੇਂ ਜੋ ਤੇਲ ਜਾਂ ਘਿਓ ਜੋ ਵੀ ਉਹ ਕੱਢ ਲੈਣਾ, ਜਦ ਪੀੜ ਕੇ ਖੱਲ ਬਣਨੀ ਹੈ। ਇਹ ਤੁਸੀਂ ਇਹ ਕਹਿਣਾ ਚਾਹੁੰਦੇ ਪਏ ਕਿ ਜਿਹੜੇ ਬੰਦੇ ਨੇ ਵੜੇਵੇਂ ਆਪਣੇ ਡੰਗਰਾਂ ਨੂੰ ਖਵਾਉਣੇ ਨੇ, ਉਹ ਵੜੇਵਿਆਂ ਦੀ ਖੱਲ ਨਾ ਦੇ ਬਲਕਿ ਡਾਇਰੈਕਟ ਵੜੇਵੇਂ ਦੇ, ਜੇ ਵੜੇਵੇਂ ਮਿਲ ਸਕਦੇ ਨੇ। ਤੇ ਵੜੇਵੇਂ ਦਾ ਫਾਇਦਾ ਜ਼ਰਾ ਹੋਰ ਦੱਸਿਓ ਨਾ, ਇੱਕ ਦੁੱਧ ਇੱਕ ਤਾਕਤ ਚ ਆਇਆ, ਹੋਰ ਕੀ ਫਾਇਦਾ ਦਾ? ਹੀਟ ਚ ਵੀ ਆਈਏਗਾ ਡੰਗਰ ਟਾਈਮ ਨਾਲ? ਆਊਗਾ ਹੀਟ ਵਿੱਚ ਵੀ ਆ ਜਾ ਟਾਈਮ ਨਾਲ, ਜੇ ਤਾਕਤ ਆਣੀ ਉਹਨੇ ਹੀਟ ਵਿੱਚ ਵੀ ਆ ਜਾਣਾ। ਅੱਛਾ, ਕਮਜ਼ੋਰ ਹੋਏਗਾ ਉਹਨੇ ਹੀਟ ਕਿੱਥੇ ਲੈਣੀ? ਮਾਰਾ ਸਾਡੀਆਂ ਮੱਝਾਂ ਵਿੱਚ ਪਹਿਲਾਂ ਸਾਲ 2 ਸਾਲ ਰਲਦੀਆਂ ਨਹੀਂ ਸਨ, ਆ 2 ਸਾਲ ਜਾਂ 2-3 ਸਾਲ ਹੋ ਗਏ। ਅੱਛਾ, ਜਦੋਂ ਕਣਕ ਹੁੰਦੀ ਹੈ ਦੁੱਧੀ, ਹਾਂ ਉਹ ਇੱਕ ਸਾਲ ਸਾਡੇ ਕੋਲ ਪੱਠੇ ਸੁੱਕਾ ਮੁੱਕ ਗਿਆ ਤਾਂ ਉਹ ਲੈ ਲਈ ਮੁੰਡੇ ਨੇ 2 ਕਿੱਲੇ ਕਣਕ ਪਾਈ ਆ ਜੀ। ਸਾਡੀਆਂ ਮੱਝਾਂ ਦੁੱਧ ਮਹੀਨੇ ਸੂਈਆਂ ਰਲ ਗਈਆਂ ਬੜੀ। ਹੁਣ ਹਮੇਸ਼ਾ ਅਸੀਂ ਸੀਜ਼ਨ ਤੇ ਆਣਗੇ ਕਿੱਲਾ 2 ਕਿੱਲੇ ਕਣਕ ਲਾਜ਼ਮੀ ਮੱਝਾਂ ਨੂੰ ਪਾਉਂਦੇ। ਤੂੜੀ ਵੀ ਹੋਏ, ਪਰਾਲੀ ਵੀ ਹੋਏ, ਸਾਡੇ ਕੋਲ ਅਸੀਂ ਸ਼ੌਕ ਨਾਲ ਕਣਕ 2-3 ਕਿੱਲੇ ਲੱਖ ਸਵਾ ਲੱਖ ਰੁਪਏ ਦੀ ਕਣਕ ਮੀਆਂ ਨੂੰ ਦੁੱਧੀ ਕਣਕ ਜਿਹੜੀ ਇੱਥੇ ਚੜਦੀ ਹੈ ਨਾ ਮੱਠੀ ਜੀ ਨਿਸਰ ਦੀ ਪੱਕਦਿਆਂ ਤੱਕ ਖਾਣੀ ਫਿਰ ਉਹਨਾਂ ਨੂੰ ਪੱਕਦਿਆਂ ਤੱਕ ਜਿੰਨੇ ਚਿਰ ਲਾਲ ਹੋ ਜਾਣੀ ਨਾ ਉਹਦੇ ਤੱਕ ਇਹਨਾਂ ਨੂੰ ਸਬੂਤੀ ਪਾਣੀ ਉਹਦਾ ਫਾਇਦਾ ਹੀ ਫਾਇਦਾ ਹੀਟ ਪੇ ਡੰਗਰ ਆਂਦਾ। ਸਾਡੀਆਂ ਮਈਆਂ ਅੱਲਾ ਦੀ ਮਿਹਰਬਾਨੀ ਨਾਲ ਪਹਿਲਾਂ 2-2 ਸਾਲ ਨਹੀਂ ਰਲਦੀਆਂ। ਤੇ ਤੁਹਾਡੀ ਮਈ ਦਾ ਕੀ ਰਿਕਾਰਡ ਹੈ ਕਿ ਸੂਣ ਤੋਂ ਬਾਅਦ ਕਿੰਨੀ ਕੁ ਦੇਰ ਤੱਕ ਬਣ ਜਾਂਦੀ ਹੈ? 1 ਮਹੀਨੇ ਤੋਂ ਬਾਅਦ ਮਈਆਂ ਬਣ ਜਾਂਦੀਆਂ। ਵਿੱਚ ਮਈਆਂ ਸਾਡੀਆਂ ਐਸੀਆਂ ਨੇ ਭਾਈ 8 ਸੜਦੇ, ਦੂਸਰੇ ਦਿਨ ਨਵੀਆਂ, ਤੀਸਰੇ ਦਿਨ ਨਵੀਆਂ ਹੋ ਜਾਂਦੀਆਂ। ਅੱਛਾ ਜੀ, ਹਾਂਜੀ। ਅਟਾਂ ਕਿੰਨੇ ਦਿਨਾਂ ਬਾਅਦ ਸੁੱਟਦੀਆਂ? 15 ਦਿਨਾਂ ਬਾਅਦ, 21 ਦਿਨਾਂ ਬਾਅਦ ਤੇ ਮਹੀਨੇ ਬਾਅਦ ਸਮਝ ਬਣ ਜਾਂਦੀ। ਯਾਨੀ ਕਿ ਇਹ ਝੋਟੇ ਦਾ ਕਮਾਲ ਹੈ ਤੇ ਨਾਲ ਆਪਣਾ ਜਿਹੜਾ ਤੁਸੀਂ ਉਹਨੂੰ ਪਾਉਂਦੇ ਹੋ ਆਪਣੇ ਸੇਵਾ ਦਾ ਵੀ ਕਮਾਲ ਹੈ, ਨਾਲ ਝੋਟਾ ਵਿੱਚ ਹੋਏ ਤੇ ਮਈਆਂ ਝੋਟੇ ਤੋਂ ਬਗੈਰ ਤਾਂ ਨਹੀਂ ਤੁਸੀਂ ਕਦੀ ਡੰਗਰ ਰੱਖੇ? ਹਰ ਵਕਤ ਝੋਟਾ ਮੌਜੂਦ ਹੁੰਦਾ। ਸਹੀ ਹੋ ਗਿਆ। ਇਹ ਲਈ ਪੁੱਛਦੇ ਵੇ ਤੁਸੀਂ ਜਿਹੜੀ ਮਈ ਜੇਰ ਨਾ ਸੱਟੇ ਪਏ, ਸਮਝੋ ਲੇਟ ਹੋਣ ਲੱਗ ਪਈ, ਘੰਟਾ ਜਾਂ ਅੱਧਾ ਘੰਟਾ ਲੇਟ ਹੋ ਗਈ ਹਿਸਾਬ ਨਾਲ। ਭਾਈ ਹੁਣ 10 ਵਜੇ ਦੀ ਸੂਈ ਹੈ, 2 ਵਜੇ ਦੇ ਦਿਨ ਦੇ ਜੀ, ਉਹਨੂੰ ਪਾ ਚੀਨੀ ਲੈ ਲਓ, 1 ਮੁੱਠੀ ਲੂਣ ਪਾ ਲਿਓ, ਉਹ ਦੇ ਦਿਓ ਉਹਨੂੰ। ਠੀਕ, ਅੱਧੇ ਘੰਟੇ ਪੌਣੇ ਘੰਟੇ ਬਾਅਦ ਮਈ ਜੇਲ ਛੱਡ ਛੱਡੇਗੀ। ਜ਼ਬਰਦਸਤ। ਤਾਂ ਵੀ ਆਪਰੇਸ਼ਨ ਕਰ ਲਈਦਾ, ਬਜ਼ੁਰਗ ਵੀ ਕਰ ਲੈਂਦੇ, ਇਹਨਾਂ ਕੋਲ ਮੈਂ ਹਾਸਲ ਕੀਤਾ, ਮੈਂ ਆਪ ਵੀ ਕਰ ਲੈਣਾ ਆਪਰੇਸ਼ਨ। ਜਿਹੜਾ ਕੋਈ ਗਿਲਟੀ ਛਿਲਟੀ ਆ ਜਾਂਦੀ, ਜਿਹੜੀ ਗਿਲਟੀ ਆ ਜਾਂਦੀ, ਮਈ ਦੀ ਧਾਰ ਨਹੀਂ ਆਉਂਦੀ, ਬਰੀਕ ਆਉਂਦੀ, ਜ਼ੋਰ ਲੱਗਦਾ ਬੜਾ, ਹਾਂ, ਉਹ ਆਪਰੇਸ਼ਨ ਆਪ ਕਰ ਲਈਦਾ ਇਨਸ਼ਾਅੱਲਾ। ਤੇ ਜਿਹੜਾ ਸਾੜੂ ਹੈ ਜਾਂ ਵਿੱਚ ਨਾੜ ਆ ਜਾਂਦੀ ਹੈ, ਉਹ ਸਾਰੇ ਇਲਾਜ ਕਰ ਲੈਂਦੇ? ਨਾੜ ਦਾ ਤੇ ਇਲਾਜ ਕੋਈ ਵੀ ਨਹੀਂ ਕਰ ਸਕਦਾ, ਜਿੱਡਾ ਨਾੜ ਤੋਂ ਪਹਿਲੇ ਬੰਦਾ ਅਗਰ ਉਹਨੂੰ ਸੈੱਟ ਕਰ ਲੇ। ਇਹਦਾ ਜਿਹੜਾ ਸਾੜੂ ਪੈਂਦਾ ਨੇ, ਇਹਦਾ ਇਲਾਜ ਹੈ ਭਾਈ ਗਾਂ ਦਾ ਦੁੱਧ ਤੇ ਹਲਦੀ ਗਰਮ ਕਰਕੇ ਦੁੱਧ ਦੇ ਵਿੱਚ ਹਲਦੀ ਪਾ ਲਓ, ਗਾਂ ਦੇ ਦੁੱਧ ਵਿੱਚ, ਤੇ ਉਹ ਦੇ ਦਿਓ, 1-2 ਡੰਗ ਸਾੜੂ ਠੀਕ ਹੋ ਜਾਏ। ਜੇ ਕੱਚੀ ਨਹੀਂ ਲਵੇ ਬਗਤੀ ਤੇ ਜਿਹੜੀ ਢੰਡੀ ਵੀ ਪਾਣੀ ਪਿੱਠੀ ਉਹ ਲੈ ਕੇ ਪਾ ਲਓ। ਅੱਛਾ, ਸਹੀ ਹੋ ਗਿਆ, ਸਾੜੂ ਠੀਕ ਹੋ ਜਾਏ। ਠੀਕ ਹੋ ਗਿਆ। ਨਾੜ ਦਾ ਤੇ ਇਲਾਜ ਹੀ ਕੋਈ ਨਾ, ਡਾਕਟਰ ਨੂੰ ਜਿੰਨੇ ਮਰਜ਼ੀ ਪੈਸੇ ਦੇ ਜਾ, ਭਾਵੇਂ ਉਹ ਲੱਖ ਰੁਪਏ ਲੈ ਜਾ, ਇੰਨੇ ਦੀ ਨਹੀਂ ਨਹੀਂ ਹੈ। ਨਾੜ ਜਿਲੇ ਪੈ ਜਾਣੀ ਹੈ ਨਾ, ਉਹਦਾ ਇਲਾਜ ਕੋਈ ਨਹੀਂ। ਤੇ ਜਦੋਂ ਫੁਹਾਰਾ ਮਾਰਦੀ ਹੈ ਜਾਂ ਮੀਟਕੀ ਆ ਜਾਂਦੀ ਹੈ, ਧਾਰ ਮਾਰਦੀ ਬਰੀਕ, ਫੇਰ ਉਹਦਾ ਇਲਾਜ ਆਪਰੇਸ਼ਨ ਉਹ ਆਪ ਹੀ ਕਰ ਲੈਂਦੇ? ਆਪੇ ਕਰ ਲਈਦੇ। ਤੇ ਆਪਰੇਸ਼ਨ ਕਰਕੇ ਲਾਉਂਦੇ ਕੀ ਉਹਦੇ ਉੱਤੇ? ਉਹਦੇ ਉੱਤੇ ਕੋਈ ਛੈਨ ਲਾਣੀ, ਸਿਰਫ ਡੀਜ਼ਲ ਤੇਲ ਦੀ ਉਹਨੂੰ 1-2 ਦਿਨ ਟਕੋਰ ਲਾਣੀ ਹੈ। ਅੱਛਾ, ਢੱਕਣ ਵਿੱਚ ਪਾ ਕੇ ਔਰ ਥਾਣੇ ਵਿੱਚ ਡੁੱਬਣਾ, ਉਹਦਾ ਜ਼ਖਮ ਠੀਕ ਹੋਣਾ, ਉਹਦੇ ਪਟਾਕੀ ਬਣ ਜਾਣੀ। ਪਟਾਕੀ ਬਣਨੀ ਹੈ। ਇੱਕ ਗੱਲ ਬੜੀ ਅਹਿਮ ਆਈ ਇਸ ਦਿਨ ਚ ਕਿ ਅਕਸਰ ਲੋਕ ਕਹਿੰਦੇ ਨੇ ਕਿ ਸਾੜੂ ਹੋ ਗਿਆ, ਉਹਦਾ ਇਲਾਜ ਕਰਾ ਲਿਆ, ਲੇਕਿਨ ਦੁੱਧ ਨਹੀਂ ਪੂਰਾ ਹੋਣ ਆਉਂਦਾ ਪਿਆ ਥਾਣ ਚੋਂ। ਦੁੱਧ ਕਿਸ ਨਾਲ ਪੂਰਾ ਕਰੀਏ? ਉਹਦਾ ਦੁੱਧ ਹੋ ਸਕਦਾ ਉਹ ਸਾਲ ਨਹੀਂ ਪੂਰਾ ਹੋ ਸਕਦਾ ਹੈ। ਉਹ ਸਾਲ ਨਹੀਂ ਹੁੰਦਾ, ਨਵੇਂ ਸੂਏਗੀ ਤੇ ਫਿਰ ਦੂਜੇ ਸੂਏਗੀ ਤੇ ਦੁੱਧ ਦਾ ਫਿਰ ਵੀ ਉਹ ਕੋਸ਼ਿਸ਼ ਕਰੇ ਭਾਈ ਮੈਂ ਨਿੰਬੂ ਦੇਸੀ ਘੀ ਦਿਆਂ। ਹਾਂ, ਨਿੰਬੂ ਦੇਸੀ ਘੀ ਦੇ ਭਾਈ ਪਿਛਲੇ ਸਾਲ ਘਟ ਗਏ, ਸਾਲ ਆਪੇ ਪੂਰਾ ਜਾਏਗਾ, ਉਹ ਨਹੀਂ ਹੋਏਗਾ। ਸਹੀ, ਉਹ ਪੂਰਾ ਕਰਨਾ ਪੈਣਾ, ਪੂਰਾ ਕੋਸ਼ਿਸ਼ ਕਰਨੀ ਪੈਣੀ ਹੈ। ਜਿਹੜਾ ਵੀ ਕੰਮ ਕਰਨਾ ਉਹਦੀ ਕੋਸ਼ਿਸ਼ ਤੇ ਹੈ ਨਾ।